Adni Study Circle. Students, in today's class we are going to discuss about some common mistakes that we usually do while attempting an IELTS test. Not only in IELTS test but also in our day-to-day conversations that we commit every day, right students? So we are going to share about the common mistake that you should avoid these all, right students? So let's get started. Number one ਤੇ स्टूडेंट सब तो पहली मिस्टेक ਜਿਹੜੀ कि बहुत ज़्यादा बलंडर है, ਜਦੋਂ ਵੀ ਆਪਾਂ ਆਪਣੀ ਰਾਈਟਿੰਗ ਜਾਂ ਫਿਰ ਸਪੀਕਿੰਗ ਦੇ ਵਿੱਚ ਇਹ ਸੈਂਟੈਂਸ ਬੋਲਦੇ ਆ ਜਾਂ ਲਿਖਦੇ ਆ, ਰਾਈਟ? ਵਨ ਆਫ ਮਾਈ ਫੇਵਰੇਟ ਪਲੇਸ, ਵਨ ਆਫ ਮਾਈ ਫੇਵਰੇਟ ਪੈਨ, ਵਨ ਆਫ ਮਾਈ ਬੈਸਟ ਫਰੈਂਡ, ਵਨ ਆਫ ਮਾਈ ਫੇਵਰੇਟ ਕਲੋਥ, ਰਾਈਟ ਸਟੂਡੈਂਟ? ਇਹ ਸੁਣਨ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹਦੇ ਵਿੱਚ ਤਾਂ ਕੋਈ ਮਿਸਟੇਕ ਹੈ ਹੀ ਨਹੀਂ ਹੈ, ਬਟ ਸਟੂਡੈਂਟਸ ਇਹ ਬਹੁਤ ਹੀ ਜ਼ਿਆਦਾ ਤੁਹਾਡਾ ਲੈਕਿੰਗ ਪੁਆਇੰਟ ਹੈ ਜੋ ਤੁਸੀਂ ਬੋਲ ਰਹੇ ਹੋ ਕਿ ਟੂਡੇ ਆਈ ਐਮ ਗੋਇੰਗ ਟੂ ਟਾਕ ਅਬਾਊਟ ਅ ਪਲੇਸ ਵਿਚ ਇਜ਼ ਵਨ ਆਫ ਮਾਈ ਫੇਵਰੇਟ ਪਲੇਸ, ਰਾਈਟ ਸਟੂਡੈਂਟਸ? ਸੋ ਟਰਾਈ ਟੂ ਅੰਡਰਸਟੈਂਡ ਦਿਸ। ਇਹ ਬਿਲਕੁਲ ਗਲਤ ਹੈ ਜੋ ਤੁਸੀਂ ਬੋਲ ਰਹੇ ਹੋ, ਕਿਉਂਕਿ ਪੰਜਾਬੀ ਦੇ ਵਿੱਚ ਜੇ ਆਪਾਂ ਇਸ ਚੀਜ਼ ਨੂੰ ਦੇਖਦੇ ਹਾਂ ਵਨ ਆਫ ਮਾਈ ਬੈਸਟ ਫਰੈਂਡ, ਤੇ ਇਹਦਾ ਮਤਲਬ ਕੀ ਹੁੰਦਾ ਹੈ? ਮੇਰੇ ਪੱਕੇ ਦੋਸਤ ਵਿੱਚੋਂ ਇੱਕ, ਰਾਈਟ? ਤਾਂ ਆਪਾਂ ਪੰਜਾਬੀ ਵਿੱਚ ਕੀ ਬੋਲਦੇ ਹੁੰਦੇ ਆ? ਮੇਰੇ ਪੱਕੇ ਦੋਸਤਾਂ ਵਿੱਚੋਂ ਇੱਕ, ਮੇਰੀ ਮਨਪਸੰਦ ਫਿਲਮਾਂ ਵਿੱਚੋਂ ਇੱਕ, ਮੇਰੇ ਮਨਪਸੰਦ ਕੱਪੜਿਆਂ ਵਿੱਚੋਂ ਇੱਕ। ਇਸ ਤਰ੍ਹਾਂ ਹੀ ਹੁੰਦਾ ਨਾ, ਇਹਦੀ ਜਿਹੜੀ ਪੰਜਾਬੀ ਹੁੰਦੀ ਹੈ ਤੁਸੀਂ ਇਸ ਤਰ੍ਹਾਂ ਹੀ ਬੋਲਦੇ ਹੋ ਕਿ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਰੈਸਟੋਰੈਂਟ ਦੀ ਗੱਲ ਕਰਨ ਜਾ ਰਿਹਾ ਜਿਹੜੇ ਕਿ ਮੇਰੇ ਪਸੰਦੀਦਾ ਰੈਸਟੋਰੈਂਟਾਂ ਵਿੱਚੋਂ ਇੱਕ ਹੈ, ਰਾਈਟ ਸਟੂਡੈਂਟਸ? ਇਹੀ ਚੀਜ਼ ਹੁੰਦੀ ਹੈ ਨਾ। ਸੋ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਸੈਂਟੈਂਸ ਬਣਾਉਣਾ ਹੈ ਜਾਂ ਫਿਰ ਬੋਲਣਾ ਹੁੰਦਾ ਹੈ, one of my best friend, one of my the beautiful place, one of my favorite cloth and one of my favorite movie and ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ sentences, right student? ਜੋ ਤੁਸੀਂ ਇਸ ਤਰ੍ਹਾਂ ਦੇ sentences ਬੋਲ ਰਹੇ ਹੋ ਜਾਂ ਲਿਖ ਰਹੇ ਹੋ, ਤੁਸੀਂ ਯਾਦ ਰੱਖਣਾ ਹੈ ਕਿ ਤੁਹਾਡਾ ਜਿਹੜਾ subject ਹੈ friend, places, clothes and movies, ਇਹਨਾਂ ਨੇ plural ਹੋਣਾ ਹੁੰਦਾ ਹੈ। ਮੇਰੀ ਮਨਪਸੰਦ movies ਵਿੱਚੋਂ ਇੱਕ, ਮੇਰੀਆਂ ਪਸੰਦੀਦਾ ਫਿਲਮਾਂ ਵਿੱਚੋਂ ਇੱਕ। Today I am going to speak about a movie which is one of my favorite movies, मेरियां पसंदीदा फिल्मां दे विचों एक है, right student? Today I am going to speak about a dress which is one of my favorite clothes, right student? So don't do this mistake, try to avoid these common mistake. So whenever you are going to make this sentence, one of my best friends, one of my favorite clothes, then avoid using the singular subject, use the plural one of my favorite clothes. The second common mistake is ਤੁਸੀਂ ਅਕਸਰ ਹੀ ਆਪਣੀ ਰਾਈਟਿੰਗ ਦੇ ਵਿੱਚ, ਸਪੈਸ਼ਲੀ ਇਨ ਰਾਈਟਿੰਗ ਮੋਡਿਊਲ, ਤੁਸੀਂ ਇਸ ਤਰ੍ਹਾਂ ਦੇ ਸੈਂਟੈਂਸਸ ਬਣਾਉਂਦੇ ਹੋ, it puts bad effect on children's health. Mobile phone has changed the life of people. Mobile phone has changed people's life, right? Doing cycling is youngsters hobby, right student? ਇਸ ਤਰ੍ਹਾਂ ਸੈਂਟੈਂਸ, ਇਹ ਸੈਂਟੈਂਸ ਜਿਹੜੇ ਹੁੰਦੇ ਨੇ ਇਹ ਸਪੀਕਿੰਗ ਦੇ ਵਿੱਚ ਸਹੀ ਹੁੰਦੇ ਆ, ਕਿਉਂਕਿ ਸਪੀਕਿੰਗ ਦੇ ਵਿੱਚ ਕੁਝ ਰਿਟਨ 'ਚ ਨਹੀਂ ਆਪਾਂ ਲਿਖਣਾ ਹੁੰਦਾ, ਰਾਈਟ ਸਟੂਡੈਂਟ? ਸਪੀਕਿੰਗ ਇੱਕ ਵਰਬਲ ਹੈ, ਰਾਈਟ? ਬਟ ਜਦੋਂ ਤੁਸੀਂ ਰਾਈਟਿੰਗ ਦੇ ਵਿੱਚ ਇਹ ਸੈਂਟੈਂਸਸ ਬਣਾਉਂਦੇ ਹੋ ਤਾਂ ਇਹਦਾ ਮੀਨਿੰਗ ਬਿਲਕੁਲ ਗਲਤ ਹੋ ਜਾਂਦਾ ਹੈ, ਬਿਲਕੁਲ ਚੇਂਜ ਹੋ ਜਾਂਦਾ ਹੈ, ਰਾਈਟ? ਸੋ ਦੇਖੋ ਹੁਣ ਤੁਸੀਂ ਸੈਂਟੈਂਸ ਬਣਾ ਰਹੇ ਹੋ ਚਿਲਡਰਨਸ ਹੈਲਥ, ਮਤਲਬ ਆਪਾਂ ਇੱਕ ਸੈਂਟੈਂਸ ਲਿਖਦੇ ਹਾਂ ਓਵਰ uses of mobile phone puts harmful effect on children's health. ਤੁਸੀਂ ਇਹ ਸੈਂਟੈਂਸ ਬਣਾ ਰਹੇ ਹੋ ਓਵਰ ਯੂਜ਼ਸ ਆਫ ਮੋਬਾਈਲ ਫੋਨ ਪੁਟਸ ਹਾਰਮਫੁਲ ਇਫੈਕਟਸ ਔਨ ਚਿਲਡਰਨਸ ਹੈਲਥ। ਇਹ ਸੈਂਟੈਂਸ ਸੁਣਨ ਦੇ ਵਿੱਚ ਬਿਲਕੁਲ ਸਹੀ ਹੈ, ਬਟ ਜਦੋਂ ਇੱਕ ਚੈੱਕਰ ਉਹਨੂੰ ਚੈੱਕ ਕਰ ਰਿਹਾ ਹੈ ਤਾਂ ਇਹਦੇ ਵਿੱਚ ਇੱਕ ਕਾਮਨ ਮਿਸਟੇਕ ਹੈ, ਐਂਡ ਦੈਟ ਇਜ਼ ਚਿਲਡਰਨਸ। ਸਭ ਤੋਂ ਪਹਿਲੀ ਚੀਜ਼ ਤਾਂ ਚਿਲਡਰਨਸ ਵੈਸੇ ਹੀ ਗਲਤ ਵਰਡ ਹੈ, ਰਾਈਟ? ਚਾਈਲਡ, ਇੱਕ ਬੱਚੇ ਨੂੰ ਆਪਾਂ ਚਾਈਲਡ ਬੋਲਦੇ ਹਾਂ, ਰਾਈਟ? ਜਦੋਂ ਇੱਕ ਤੋਂ ਜ਼ਿਆਦਾ ਚਾਈਲਡ, ਇੱਕ ਤੋਂ ਜ਼ਿਆਦਾ ਬੱਚਿਆਂ ਦੀ ਗੱਲ ਹੁੰਦੀ ਹੈ ਤਾਂ ਉਦੋਂ ਉਹਨੂੰ ਆਪਾਂ ਚਿਲਡਰਨ ਬੋਲਦੇ ਹਾਂ, ਰਾਈਟ? ਤਾਂ ਜੇ ਆਪਾਂ ਹੁਣ ਚਿਲਡਰਨ ਦੇ ਨਾਲ ਐਸ ਲਗਾ ਦਾਂਗੇ ਤਾਂ ਇਹਨਾਂ ਜ਼ਿਆਦਾ ਬੱਚੇ ਨਹੀਂ ਹੋ ਜਾਣੇ। ਆਲਰੇਡੀ ਚਿਲਡਰਨ ਦਾ ਮੀਨਿੰਗ ਪੰਜਾਬੀ ਦੇ ਵਿੱਚ ਬੱਚੇ ਹੀ ਹੁੰਦਾ, ਰਾਈਟ? ਵੈਸੇ ਇੱਕ ਤਾਂ ਸੈਂਟੈਂਸ ਹੀ ਗਲਤ ਹੋ ਗਿਆ। एक सैकेंड चीज़ ਇਹਦੇ ਵਿੱਚ ਕੀ ਹੋਗੀ ਕਿ ਤੁਸੀਂ ਪੰਜਾਬੀ ਹਿੰਦੀ ਕੀ ਕਰਦੇ ਹੋ ਓਵਰ ਯੂਜ਼ਸ ਆਫ ਮੋਬਾਈਲ ਫੋਨ ਪੁੱਟਸ ਹਾਰਮਫੁਲ ਇਫੈਕਟਸ ਔਨ ਚਿਲਡਰਨਸ ਹੈਲਥ।
ਇਹਦੀ ਪੰਜਾਬੀ ਹੈ ਕਿ ਮੋਬਾਈਲ ਫੋਨ ਦੀ ਹੱਦੋਂ ਵੱਧ ਮਾਤਰਾ ਦੇ ਵਿੱਚ ਉਹਨੂੰ ਯੂਜ਼ ਕਰਨਾ ਹਾਰਮਫੁਲ ਇਫੈਕਟ ਪਾਉਂਦੀ ਹੈ ਬੱਚਿਆਂ ਦੀ ਹੈਲਥ ਉੱਤੇ ਬੱਚਿਆਂ ਦੀ ਹੈਲਥ ਉੱਤੇ। ਤਾਂ ਇਹ ਸੈਂਟੈਂਸ ਤੁਹਾਡਾ ਬਿਲਕੁਲ ਗਲਤ ਹੋ ਜਾਣਾ। ਇਹ ਜਿਹੜਾ ਤੁਸੀਂ ਵਰਡ ਲਿਖਿਆ ਚਿਲਡਰਨਸ, ਦਿਸ ਇਜ਼ ਟੋਟਲੀ ਰੋਂਗ। ਸੋ ਜਦੋਂ ਆਪਾਂ ਇਸ ਤਰ੍ਹਾਂ ਦਾ ਸੈਂਟੈਂਸ ਬਣਾਉਣਾ ਹੁੰਦਾ ਹੈ ਤਾਂ ਉਦੋਂ ਆਪਾਂ ਅਪੋਸਟ੍ਰੋਫੀ ਐਸ ਦੀ ਯੂਜ਼ ਕਰਨੀ ਹੁੰਦੀ ਹੈ, ਰਾਈਟ। ਅਪੋਸਟ੍ਰੋਫੀ ਐਸ ਦਾ ਮਤਲਬ ਪੰਜਾਬੀ ਵਿੱਚ ਹੁੰਦਾ ਦਾ, ਦੇ ਜਾਂ ਫਿਰ ਦੀ, ਰਾਈਟ ਸਟੂਡੈਂਟ। ਸੋ ਆਪਾਂ ਕਦੇ ਵੀ ਇਸ ਤਰ੍ਹਾਂ ਦੇ ਨਾਲ ਚਿਲਡਰਨਸ ਨਹੀਂ ਬਣਾ ਦੇਣਾ, ਪੀਪਲਸ ਲਾਈਫ ਨਹੀਂ ਬਣਾ ਦੇਣਾ, ਆਪਾਂ ਹਮੇਸ਼ਾ ਇਹਦੇ ਨਾਲ ਅਪੋਸਟ੍ਰੋਫੀ ਐਸ ਯੂਜ਼ ਕਰਨੀ ਹੈ। ਲੋਕਾਂ ਦੀ ਲਾਈਫ, ਯੰਗਸਟਰਸ ਦੀ ਹੌਬੀ, ਇਹਦੀ ਆਵਾਜ਼ ਦੀ ਆਉਂਦੀ ਹੈ। ਜੇ ਤੁਸੀਂ ਅਪੋਸਟ੍ਰੋਫੀ ਐਸ ਲਗਾਓਗੇ ਤਾਂ ਹੀ ਇਹ ਤੁਹਾਡਾ ਸਹੀ ਸੈਂਟੈਂਸ ਕੰਸੀਡਰ ਹੁੰਦਾ ਹੈ, ਅਦਰਵਾਈਜ਼ ਤੁਹਾਡਾ ਗ੍ਰਾਮੈਟੀਕਲ ਐਰਰ ਮੰਨਿਆ ਜਾਂਦਾ ਹੈ, ਰਾਈਟ। ਸੋ ਇਸ ਤੋਂ ਇਲਾਵਾ ਜਦੋਂ ਇਹਨਾਂ 'ਚ ਕਨਫਿਊਜ਼ਨ ਹੁੰਦੀ ਹੈ ਸਟੂਡੈਂਟ, ਤਾਂ ਆਪਾਂ ਇਹਨੂੰ ਥੋੜਾ ਜਿਹਾ ਮੋਲਡ ਕਰਕੇ ਵੀ ਲਿਖ ਸਕਦੇ ਹੁੰਦੇ ਆ। ਇਨਸਟੈਡ ਆਫ ਰਾਈਟਿੰਗ ਚਿਲਡਰਨਸ ਹੈਲਥ, ਤੁਸੀਂ ਲਿਖ ਸਕਦੇ ਹੋ ਹੈਲਥ ਆਫ ਚਿਲਡਰਨ। ਜਿਵੇਂ ਕਿ ਆਹ ਸੈਂਟੈਂਸ ਹੀ ਹੈ, ਓਵਰ ਯੂਜ਼ਸ ਆਫ ਮੋਬਾਈਲ ਫੋਨ puts harmful effects on the health of children। ਇਹ ਵੀ ਸਹੀ ਹੈ ਕਿਉਂਕਿ ਆਫ ਦਾ ਮਤਲਬ ਜਿਹੜਾ ਹੈ ਉਹ ਉੱਥੇ ਦਾ, ਦੇ, ਦੀ ਹੀ ਕੰਸੀਡਰ ਹੁੰਦਾ ਹੈ, ਰਾਈਟ ਸਟੂਡੈਂਟ। ਸੋ ਤੁਸੀਂ ਇਹ ਵਾਲੀ ਮਿਸਟੇਕ ਬਿਲਕੁਲ ਵੀ ਨਹੀਂ ਕਰਨੀ ਹੁੰਦੀ। ਹੁਣ ਨੈਕਸਟ ਟਾਈਮ ਤੋਂ ਜਦੋਂ ਵੀ ਤੁਸੀਂ ਆਪਣੀ ਰਾਈਟਿੰਗ ਕਰ ਰਹੇ ਹੋ, ਤੁਸੀਂ ਜਦੋਂ ਲਿਖਣਾ ਪੀਪਲਸ ਲਾਈਫ, ਯੰਗਸਟਰਸ ਹੌਬੀ, ਜਿਵੇਂ ਆਪਾਂ ਨਾਲ ਰਿਲੇਟ ਕਰਦੇ ਹਾਂ ਕਿ ਇਹ ਲੋਕਾਂ ਦੀ ਸਿਹਤ ਉੱਤੇ ਬਹੁਤ ਬੁਰਾ ਪ੍ਰਭਾਵ ਪਾ ਰਹੀ ਹੈ, ਇਹ ਬੱਚਿਆਂ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪਾ ਰਹੀ ਹੈ, ਇਹ ਜਾਨਵਰਾਂ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪਾ ਰਹੀ ਹੈ, ਤਾਂ ਉਦੋਂ ਹਮੇਸ਼ਾ ਆਪਾਂ ਐਨੀਮਲਸ ਹੈਬੀਟੈਟ ਮਤਲਬ ਉਹਨਾਂ ਦਾ ਆਵਾਸ ਸਥਾਨ, ਜਿੱਥੇ ਉਹ ਰਹਿੰਦੇ ਹੈ। ਸੋ ਐਨੀਮਲਸ ਹੈਬੀਟੈਟ ਠੀਕ ਹੈ, ਜਾਨਵਰਾਂ ਦਾ ਆਵਾਸ ਸਥਾਨ। ਸੋ ਅੱਗੇ ਤੋਂ ਤੁਸੀਂ ਇਹ ਵਾਲੀ ਕਾਮਨ ਮਿਸਟੇਕ ਬਿਲਕੁਲ ਵੀ ਨਹੀਂ ਕਰਨੀ ਹੈਗੀ। ਜਦੋਂ ਵੀ ਤੁਸੀਂ ਲਿਖਣਾ ਹੈ ਪੀਪਲਸ ਲਾਈਫ ਦੇ ਉੱਪਰ ਬੁਰਾ ਪ੍ਰਭਾਵ ਪੈਂਦਾ, ਤੁਸੀਂ ਲਾਈਫ ਆਫ ਪੀਪਲ ਲਿਖ ਸਕਦੇ ਹੋ, ਜਾਂ ਫਿਰ ਜੇ ਪੀਪਲਸ ਲਾਈਫ ਲਿਖਣੀ ਤਾਂ ਹਮੇਸ਼ਾ ਅਪੋਸਟ੍ਰੋਫੀ ਐਸ ਆਣਾ। ਨੈਕਸਟ ਕਾਮਨ ਮਿਸਟੇਕ, ਜਦੋਂ ਵੀ ਸਾਡੇ ਸੈਂਟੈਂਸ ਦੇ ਵਿੱਚ 3 ਸਬਜੈਕਟ ਹੁੰਦੇ ਆ, ਮਤਲਬ 3 ਨੇਮ ਹੁੰਦੇ ਆ, 3 ਸਬਜੈਕਟ ਹੁੰਦੇ ਆ, ਤਾਂ ਆਪਾਂ ਉਹਨੂੰ ਇੱਕ ਪੋਜ਼ਿਟਿਵ ਵੇ ਦੇ ਵਿੱਚ ਬੋਲ ਰਹੇ ਹਾਂ, ਕਿਸੇ ਸੈਂਟੈਂਸ ਨੂੰ ਆਪਾਂ ਪੋਜ਼ਿਟਿਵਲੀ ਬੋਲ ਰਹੇ ਹਾਂ, ਠੀਕ ਹੈ। ਜਿਵੇਂ ਕਿ ਦੇਖੋ ਇੱਥੇ ਐਗਜ਼ਾਮਪਲ, ਹੀ, ਆਈ ਐਂਡ ਯੂ, ਹੀ, ਆਈ ਐਂਡ ਯੂ, ਉਹ, ਮੈਂ ਤੇ ਤੁਸੀਂ। ਹੁਣ ਇਹ ਪੋਜ਼ਿਟਿਵਲੀ ਹੈ, ਹੀ, ਆਈ ਐਂਡ ਯੂ ਹੈਵ ਵਨ ਦ ਪ੍ਰਾਈਜ਼ਸ। ਤਾਂ ਇਹਦੇ ਵਿੱਚ ਪੋਜ਼ਿਟਿਵ ਹੈ ਨਾ, ਇਹਦੇ ਵਿੱਚ ਇੱਕ ਚੰਗਿਆਈ ਛੁਪੀ ਹੈ ਕਿ ਆਪਾਂ ਉਹ, ਮੈਂ ਤੇ ਤੁਸੀਂ ਹੈਵ ਵਨ ਦ ਪ੍ਰਾਈਜ਼ਸ, ਆਪਾਂ ਪ੍ਰਾਈਜ਼ ਜਿੱਤ ਚੁੱਕੇ ਹਾਂ, ਰਾਈਟ ਸਟੂਡੈਂਟ। ਸੋ ਜਦੋਂ ਵੀ ਤੁਸੀਂ ਇੱਕ ਪੋਜ਼ਿਟਿਵ ਸੈਂਟੈਂਸ ਬੋਲਣਾ ਹੁੰਦਾ ਹੈ ਜਾਂ ਫਿਰ ਲਿਖਣਾ ਹੁੰਦਾ ਹੈ, ਤਾਂ ਆਪਾਂ ਇਹ ਵਾਲੀ ਕਾਮਨ ਮਿਸਟੇਕ ਕਦੇ ਵੀ ਨਹੀਂ ਕਰਨੀ। ਇਹ ਦਿਸ ਇਜ਼ ਟੋਟਲੀ ਰੋਂਗ। ਹੀ, ਆਈ ਐਂਡ ਯੂ, ਜਦੋਂ ਵੀ ਕੋਈ ਪਰਸਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਰਾਈਟ, ਤੇ ਉਹ ਪਰਸਨ ਤੁਹਾਡੇ ਨਾਲ ਤੇ ਇੱਕ ਪਰਸਨ ਹੋਰ, ਤੁਹਾਨੂੰ ਤਿੰਨਾਂ ਨੂੰ ਕਿਸੇ ਚੀਜ਼ ਦਾ ਰਿਵਾਰਡ ਦਿੱਤਾ ਜਾ ਰਿਹਾ ਹੈ, ਤਾਂ ਤੁਸੀਂ ਕਦੇ ਵੀ ਆਪਣਾ ਨੇਮ ਫਸਟ ਜਾਂ ਸੈਕਿੰਡ ਜਗ੍ਹਾ ਤੇ ਨਹੀਂ ਬੋਲਣਾ ਹੁੰਦਾ, ਰਾਈਟ। ਸਭ ਤੋਂ ਪਹਿਲਾਂ ਜਿਹੜੇ ਪਰਸਨ ਨਾਲ ਤੁਸੀਂ ਗੱਲ ਕਰ ਰਹੇ ਹੋ, ਰਾਈਟ, ਯੂ, ਉਸ ਤੋਂ ਬਾਅਦ ਥਰਡ ਪਰਸਨ ਜਿਹੜਾ ਤੁਹਾਡੇ ਕੋਲ ਨਹੀਂ ਹੈਗਾ ਬਟ ਤੁਸੀਂ ਉਹਦੀ ਗੱਲਬਾਤ ਕਰ ਰਹੇ ਹੋ, ਰਾਈਟ, ਯੂ, ਹੀ ਐਂਡ ਆਈ। ਆਪਣੇ ਆਪ ਨੂੰ ਆਪਾਂ ਹਮੇਸ਼ਾ ਲਾਸਟ ਤੇ ਰੱਖਣਾ ਹੁੰਦਾ ਹੈ, ਰਾਈਟ। You, he and I have won the prizes। ਤੁਸੀਂ, ਉਹਨਾਂ ਨੇ ਤੇ ਮੈਂ ਪ੍ਰਾਈਜ਼ ਜਿੱਤ ਲਏ ਹਨ, ਰਾਈਟ ਸਟੂਡੈਂਟ। ਇਹ ਇੱਕ ਮੈਨਰਸ ਕਹਿ ਲਓ, ਇਹ ਮੈਨਰ ਵੀ ਆਪਾਂ ਨੂੰ ਸਿਖਾਉਂਦੇ ਹੁੰਦੇ ਹੈ ਕਿ ਜਦੋਂ ਵੀ ਕੋਈ ਚੰਗੀ ਗੱਲ ਹੋ ਰਹੀ ਹੁੰਦੀ ਹੈ ਤਾਂ ਆਪਣੀ ਵਡਿਆਈ ਆਪਾਂ ਘੱਟ ਹੀ ਕਰਨੀ ਹੁੰਦੀ ਹੈ। ਆਪਣੀ ਵਡਿਆਈ ਕਰੋ ਲਾਸਟ ਤੇ, ਸਭ ਤੋਂ ਪਹਿਲਾਂ ਕਹੋ ਇਹ ਸਭ ਕੁਝ ਤੁਹਾਡੀ ਵਜ੍ਹਾ ਕਰਕੇ ਹੋਇਆ, ਇਹ ਸਭ ਕੁਝ ਉਹਨਾਂ ਦੀ ਵਜ੍ਹਾ ਦੇ ਕਰਕੇ ਹੋਇਆ, ਮੈਂ ਤਾਂ ਕੁਝ ਵੀ ਨਹੀਂ ਕੀਤਾ, ਰਾਈਟ। ਆਪਾਂ ਮੈਨਰਸ ਵੀ ਇਹੀ ਚੀਜ਼ ਕਹਿੰਦੇ ਆ ਆਪਾਂ ਨੂੰ ਕਿ ਆਪਾਂ ਇਸ ਤਰ੍ਹਾਂ ਹੀ ਬੋਲਣਾ ਹੁੰਦਾ। ਸੋ ਸੇਮ ਥਿੰਗ ਇਜ਼ ਇੰਪੋਜ਼ਡ ਇਨ ਦ ਇੰਗਲਿਸ਼ ਐਜ਼ ਵੈਲ, ਰਾਈਟ ਸਟੂਡੈਂਟ। ਸੋ ਇੰਗਲਿਸ਼ ਦੇ ਵਿੱਚ ਵੀ ਸੇਮ ਕ੍ਰਾਈਟੇਰੀਆ ਫੋਲੋ ਕੀਤਾ ਜਾਂਦਾ ਹੈ। ਯੂ, ਤੁਸੀਂ, ਉਹਨਾਂ ਨੇ ਤੇ ਮੈਂ ਇਨਾਮ ਜਿੱਤ ਲਏ ਹਨ। ਯੂ, ਹੀ ਐਂਡ ਆਈ ਵਨ ਦ ਮੈਚ। ਯੂ, ਹੀ ਐਂਡ ਆਈ ਸਕੋਰਡ ਵੈਰੀ ਗੁੱਡ ਮਾਰਕਸ, ਰਾਈਟ। ਯੂ, ਸ਼ੀ ਐਂਡ ਆਈ ਡਾਂਸਡ ਬਿਊਟੀਫੁਲੀ, ਰਾਈਟ ਸਟੂਡੈਂਟ। ਸੋ ਪੋਜ਼ਿਟਿਵਲੀ ਜਦੋਂ ਆਪਾਂ ਇੱਕ ਪੋਜ਼ਿਟਿਵ ਵੇ ਦੇ ਵਿੱਚ कोई सेंटेंस बोल रहे हैं दैन हमेशा आप अपने आप को बिल्कुल लास्ट ते रखना होंगे, राइट स्टूडेंट्स। द अदर कॉमन मिस्टेक इज, सेंटेंस देखो,
you, he and I failed in the class test. इनदी पंजाबी की है, तुसी ओ ते मैं क्लास टेस्ट विचों फेल हो गए। तो हुण ये सेंटेंस जिहड़ा है ये आपां नूं नैगेटिविटी शो कर रहा है, नैगेटिव है, नैगेटिव है ना, कि आपां मैच हार गए, कि आपां क्लास विचों बाहर कढ़ दिते गए, आपां क्लास टेस्ट फेल हो गए, क्लास टेस्ट विचों फेल हो गए, राइट। तो नैगेटिव है सेंटेंस, राइट स्टूडेंट। हुण इहदे विच कॉमन मिसटेक की है कि जदों तुसी नैगेटिव सेंटेंस बोल रहे हो उदों तुसी अपने आप नूं सब तो अगे रखते हो, राइट। सो तुसी आ वाली सीक्वेंस बिल्कुल नहीं यूज करनी। आई, ही एंड यू, जिहड़े पर्सन नाल तुसी गल कर रहे हो उन्हां दा नाम तुसी बिल्कुल लास्ट ते लेना हुंदा है, राइट। आई, ही एंड यू फेल्ड इन द क्लास टेस्ट। मैं, ओ ते तुसी क्लास टेस्ट विचों फेल हो गए। अगेन दिस इज इंक्लूडिंग इन आवर मैनर्स, राइट स्टूडेंट। सो ये मैनर्स होंगे ने जो भी आप कुछ नैगेटिविटी दस रहे हैं, कोई नैगेटिव सेंटेंस बना रहे हैं, 2 या 3 या 4 परसन ने उस चीज़ इनवॉल्वड, दैन आप अपने आप को नैगेटिव के सब तो अगे रखना होंगे, राइट। कि मैं ही रिस्पोंसिबल सी, मेरी वजह करके तुसी भी मैच हार गए हो, राइट। इस तरह के नाल आई सब तो अगे आएगा, फिर जो थर्ड परसन तुहाडे कोल नहीं हैगा उनकी गल करोगे, एंड दैन तुसी द सैकेंड परसन की गल करोगे जिहड़ा तुहाडे नाल गल कर रहा है, यू टू सिंग, राइट स्टूडेंट। सो दिस इज द कॉमन मिस्टेक टू। एंड द नेक्स्ट कॉमन मिस्टेक इज आई बॉट पेन्स, पेंसिल्स, बुक्स एंड इरेजर्स एटसैक्ट्रा। ये आप कॉमनली राइट करते हैं, राइट, बोलते भी हैं इस तरह सेंटेंस। आई वेंट मार्केट एंड आई बॉट पेन्स, पेंसिल्स, बुक्स एंड इरेजर्स एटसैक्ट्रा, राइट स्टूडेंट। सो ये तुहाडी एक कॉमन मिस्टेक है, राइट स्टूडेंट्स। एक सेंटेंस दे विच कदे भी एंड ते एटसैक्ट्रा इकट्ठे यूज नहीं होंदे, राइट। जिस सेंटेंस दे विच तुसी एंड यूज कर रहे हो उनदे भी तुसी एटसैक्ट्रा बिल्कुल भी यूज नहीं करोगे। जिस सेंटेंस दे विच तुसी एटसैक्ट्रा यूज कर रहे हो तुसी एंड वर्ड बिल्कुल भी यूज नहीं करोगे। देखो, आई बॉट पेन्स, पेंसिल्स, बुक्स एंड इरेजर्स। एक सेंटेंस थोड़ा कंप्लीट है, राइट। और I bought pens, pencils, books, erasers, etc. ਜਾਂ फिर तुसी इस तरह लिखोगे। तो ये याद रखना तुसी स्टूडेंट्स कि एटसैक्ट्रा तो पहला भी आप कोमा यूज़ करते हैं। आई बॉट पेन्स, पेंसिल्स, बुक्स, इरेजर्स एटसैक्ट्रा। तो एल्स दे विच आप हमेशा एटसैक्ट्रा दी फुल फॉर्म ही यूज़ करनी होंदी है, राइट। द फुल फॉर्म ऑफ एटसैक्ट्रा इज, दिस इज द फुल फॉर्म ऑफ एटसैक्ट्रा। सो अवॉइड यूजिंग द कॉन्ट्रैक्शंस, एब्रिविएशंस, etc. Instead of using etc, go with full form of the etc, right student. So this is also the common mistake. Next common mistake is it's, it is. इनदे विच डिफरेंस का पता होना बहुत जरूरी है स्टूडेंट्स। इट्स दा पंजाबी मतलब हुंदा है इस दा, इट्स दी पंजाबी हुंदी है इस दा। इट इज द कॉन्ट्रैक्शन इट्स हुंदी है, राइट। सो इट इज, ए है, इट इज ए मार्कर, इट्स कलर इज वाइट एंड ब्लैक, राइट। ए है मार्कर, इसका कलर है ब्लैक ते वाइट, राइट स्टूडेंट। समझ आई इन्नी चीज़। जो सेंटेंस बनाना है उदों इन्हां दो चीज़ों को ध्यान दे विच रख के ही सेंटेंस लिखना है आपने, राइट। जल्दी जल्दी भी सेंटेंस गलत करोगे तो मीनिंग चेंज हो जाएगा। हुण देखो, गवर्नमेंट मस्ट परफॉर्म इट्स ड्यूटी। हुण देखो अपोस्ट्रोफी एस लगा रहे हैं आप इट दे नाल, तो इनका की मतलब बन रहा है, इट इज, राइट। गवर्नमेंट मस्ट परफॉर्म इट इज ड्यूटी, इस दी ड्यूटी, राइट। इट इज मतलब ए है,
हुण आपां सेंटेंस की बनाना सी, सरकार नूं अपनी ड्यूटी परफॉर्म करनी चाहिदी है ना। तो इत्थे की सेंटेंस बनना सी, गवर्नमेंट मस्ट परफॉर्म इट्स ड्यूटी, राइट स्टूडेंट। सो सेंटेंस नूं गलत नहीं बनाना, इट्स ते इट इज़ दे विच जो फर्क है उन्हों समझ के ही सेंटेंस बनाओगे, राइट। नेक्स्ट कॉमन मिस्टेक, द नेक्स्ट कॉमन मिस्टेक इज़ आई एम अग्री विद दिस स्टेटमेंट। ये वाला सेंटेंस आप हमेशा ही राइटिंग टास्क 2 के लिखते हैं स्टूडेंट्स, जो अपने को क्वेश्चन डिमांड होंगी है डू यू अग्री और डिसअग्री, तो तुसी थीसिस दे विच की लिखते हो, आई एम अग्री विद दिस स्टेटमेंट, आई एम डिसअग्री विद दिस स्टेटमेंट। ज़्यादातर ये प्रॉब्लम क्यों आ रही है कि तुसी सेंटेंस गलत क्यों लिख रहे हो, क्योंकि ज़्यादातर जो स्टूडेंट्स ने वो अग्री का मतलब समझते हैं सहमत, बट अग्री का मतलब होंदा है सहमत होना, राइट। अग्री जी है ये अपने आप दे विच ही एक वर्ब है स्टूडेंट्स, सो इनू आपां वर्ब के तौर पर ही यूज़ करना होंदा है, राइट। सो आप कदे भी नहीं कहना आई एम अग्री विद दिस स्टेटमेंट, ये बिल्कुल गलत हो जाएगा। जो तुसी प्रेजेंट की गल कर रहे हो तो तुसी लिखोगे आई अग्री विद यू या दिस स्टेटमेंट, आई डिसअग्री विद दिस, या फिर आई डिसअग्री विद दिस स्टेटमेंट, आई डिसअग्री विद योर ओपीनियन, राइट। जे तुसी पास्ट की गल करोगे कि मैं तुहाडे नाल सहमत नहीं सी, तो तुसी आई अग्रीड या फिर आई डिसअग्रीड लिखोगे, मैं तुहाडे नाल सहमत नहीं सी। तुहानूं पता ही है कि जो आप पास्ट सेंटेंस बनाने हैं उदों आप वर्ब की सैकेंड फॉर्म यूज़ करते हैं, राइट स्टूडेंट। सो मैं तुहाडे नाल सहमत सी, आई अग्रीड विद यू, मैं तुहाडे नाल सहमत नहीं सी, आई डिसअग्रीड विद यू, राइट स्टूडेंट। सो कदे भी आई एम अग्री विद दिस स्टेटमेंट बिल्कुल गलत है, ये बिल्कुल नहीं यूज़ करना। सो इंस्टेड ऑफ यूजिंग आई एम अग्री विद दिस स्टेटमेंट, गो विद आई अग्री विद दिस स्टेटमेंट, राइट। नेक्स्ट कॉमन मिस्टेक इज स्टूडेंट्स द डिफरेंस बिटवीन these both theirs। एक देयर होंदा है THEIR वाला, एक होंदा है THERE वाला। ज़्यादातर स्टूडेंट नूं लगता है कि इहदे कोई डिफरेंस नहीं है, ये बिल्कुल सेम ने, जो मर्जी देयर लिख दो, चाहे यार देयर लिख दो, चाहे यार देयर लिख दो, बट स्टूडेंट्स इहदे विच जमीन ते आसमान का फर्क है। सो इनका डिफरेंस समझना बहुत ज़्यादा मैंडेटरी है, राइट स्टूडेंट। सो THEIR ये वाला जो देयर होंदा है ये पोजैशन के लिए होंदा है, जिवें कि फॉर एग्जाम्पल आप गल करिए they love their house, right? They decorate their rooms, right? People like their hobbies। देखो स्टूडेंट्स इंच की डिफरेंस है, दे पीपल लाइक देयर हॉबीज, लोकी अपनियां हॉबीज नूं पसंद करते हैं, लोकी उन्हां दियां हॉबीज नूं पसंद करते हैं। दे लव देयर हाउस, वो अपने हाउस नूं पसंद करते हैं, अपने नहीं अपने हाउस नूं पसंद करते हैं। दे डेकोरेट देयर रूम्स, वो अपने कमरियां नूं डेकोरेट करते हैं, राइट स्टूडेंट। जदों आपां किसी परसन की पोजैशन शो करते हैं, राइट, उदों आपां THEIR यूज़ करना है। देयर देखो देयर जिहड़ा हुंदा है ये आपां प्लेस लिए यूज़ करते हैं, जिवें कि उत्थे देयर आर मैनी फ्लावर्स इन द पार्क। इहदा मतलब की है उत्थे प्लेस लिए यूज़ करते हैं आप। देयर आर मैनी फ्लावर्स इन द पार्क, पार्क विच बहुत सारे फ्लावर हैं, फुल हैं। देयर आर मैनी डिसएडवांटेजेस ऑफ यूजिंग इंटरनेट, राइट स्टूडेंट। सो इन्हां दोनों के विच बहुत ज़्यादा डिफरेंस है स्टूडेंट। सो बिफोर मेकिंग एनी सेंटेंस कीप दिस थिंग इन टू योर माइंड दैट विच काइंड ऑफ देयर यू आर गोइंग टू यूज इन योर सेंटेंस, राइट स्टूडेंट। सो अवॉइड दिस मिस्टेक। नेक्स्ट कॉमन मिस्टेक इज द यूज ऑफ these two beside। फर्स्ट इज beside, the second is besides। स्टूडेंट्स इन्हां दे विच भी बहुत ज़्यादा फर्क हुंदा है, राइट। beside जिसके पीछे एस नहीं यूज होंदी, इनका मतलब हुंदा नाल,
नेड़े, राइट। ऑन द अदर हैंड बिसाइड्स का मतलब हुंदा है इस तो इलावा, इस तो इलावा। सो इन्हां दे विच डिफरेंस थोड़ा अंडरस्टैंड करो गाइस, राइट। सो देखो एग्जांपल, बिसाइड्स क्लोथ्स, कपड़ियां तो इलावा, वी बॉट फुटवेयर टू, असी फुटवेयर भी खरीदे, राइट स्टूडेंट। सो अवॉइड दिस कॉमन मिस्टेक। And the last common mistake of today's class is the use of S or ES। S ਤੇ ES ਦਾ यूज ਆਪਾਂ ਕਿਵੇਂ ਕਰਨਾ ਹੁੰਦਾ ਸਟੂਡੈਂਟ। ਦੇਖੋ ਆਪਾਂ ਸੈਂਟੈਂਸ ਬਣਾ ਰਹੇ ਹਾਂ, ਜਿਵੇਂ ਕਿ ਤੁਸੀਂ ਰਾਈਟਿੰਗ ਟਾਸਕ 2 ਦੇ ਵਿੱਚ ਫਸਟ ਸੈਂਟੈਂਸ ਹਮੇਸ਼ਾ ਲਿਖਦੇ ਹੁੰਦੇ ਹੋ, ਰਾਈਟ। ਜਿਵੇਂ ਕਿ ਫੋਰ ਐਗਜ਼ਾਮਪਲ ਇੱਥੇ ਆਪਾਂ ਗੱਲ ਕਰੀਏ, ਮਨੀ ਪਲੇ ਐਨ ਇੰਪੋਰਟੈਂਟ ਰੋਲ ਟੂ ਈਜ਼ ਅਪ ਆਰ ਸਟ੍ਰੈਸ। ਸਾਡੇ ਤਣਾਵ ਨੂੰ ਘਟਾਉਣ ਦੇ ਵਿੱਚ ਮਨੀ ਇੱਕ ਬਹੁਤ ਮਹੱਤਵਪੂਰਨ ਰੋਲ ਪਲੇ ਕਰਦੀ ਹੈ, ਰਾਈਟ। ਸੋ ਮਨੀ ਪਲੇ ਐਨ ਇੰਪੋਰਟੈਂਟ ਰੋਲ। ਤੁਸੀਂ ਧਿਆਨ ਰੱਖਣਾ ਸਟੂਡੈਂਟ, ਜਦੋਂ ਵੀ ਤੁਹਾਡਾ ਜਿਹੜਾ ਨਾउन ਹੈ, ਚਾਹੇ ਉਹ ਮਨੀ ਹੈ, ਚਾਹੇ ਉਹ ਸਪੋਰट्स है, गेम्स है, कुछ भी है, राइट स्टूडेंट। सो ਜਦੋਂ ਵੀ फ्री टाइम एक्टिविटीज़ है ना, ਜਿਹੜਾ ਵੀ ਤੁਹਾਡਾ ਸੈਂਟੈਂਸ ਹੈ, ਜੇ ਤੁਸੀਂ ਉਸ ਸੈਂਟੈਂਸ ਨੂੰ ਸਿੰਗੂਲਰ ਲਿਖ ਰਹੇ ਹੋ, ਇੱਕ ਸਿੰਗੂਲਰ ਸ਼ਬਦ ਦੇ ਵਿੱਚ ਲਿਖ ਰਹੇ ਹੋ, ਜਿਵੇਂ ਕਿ ਮਨੀ, ਮਨੀ ਸਿੰਗੂਲਰ ਹੈ, ਪੈਸਾ, ਰਾਈਟ। ਤਾਂ ਉਦੋਂ ਤੁਸੀਂ ਹਮੇਸ਼ਾ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈਐਸ ਦਾ ਉਪਯੋਗ ਕਰਨਾ ਹੁੰਦਾ ਹੈ, ਰਾਈਟ। ਦੇਖੋ ਇੱਥੇ ਮਨੀ plays an important role to ease up our stress। पैसा मुख्य रोल प्ले करता है अपने स्ट्रैस ਨੂੰ ਘਟਾਉਣ ਦੇ ਵਿੱਚ। ਇਸੇ ਤਰ੍ਹਾਂ ਹੀ स्पोर्ट्स प्लेस नहीं आऊगा फिर, क्योंकि स्पोर्ट्स प्लूरल है। ਜਦੋਂ ਤੁਹਾਡਾ ਨਾउन ਜਾਂ ਸਬਜੈਕਟ प्लूरल ਹੁੰਦਾ ਹੈ, ਉਦੋਂ ਆਪਾਂ ਵਰਬ ਦੇ ਨਾਲ ਐਸ ਜਾਂ ਈਐਸ ਦਾ ਯੂਜ਼ ਨਹੀਂ ਕਰਨਾ ਹੁੰਦਾ, ਰਾਈਟ ਸਟੂਡੈਂਟ, ਕਿਉਂਕਿ ਆਲਰੇਡੀ ਇਹ प्लूरल ਦੇ ਵਿੱਚ ਬੋਲ ਰਹੇ ਹੈ, राइट। सो ਆਪਾਂ ਨੇ ਜਦੋਂ ਵੀ ਆਪਣਾ फस्ट सेंटेंस सिंगुलर है, ਉਹਦੇ ਨਾਲ ਵਰਬ ਦੇ ਨਾਲ ਤੁਸੀਂ ਐਸ ਜਾਂ ਈਐਸ ਦਾ ਯੂਜ਼ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਸਟੂਡੈਂਟਸ ਤੁਸੀਂ ਕਦੇ ਵੀ ਮਨੀ ਪਲੇਜ਼ ਐਨ ਇੰਪੋਰਟੈਂਟ ਰੋਲ ਦੇ ਨਾਲ ਟੂ, ਇਹ ਵਰਡ ਬਿਲਕੁਲ ਵੀ ਯੂਜ਼ ਨਹੀਂ ਕਰਨਾ, ਰਾਈਟ। ਸੋ ਰੋਲ ਦੇ ਨਾਲ ਹਮੇਸ਼ਾ ਆਪਾਂ ਇਨ ਵਰਡ ਯੂਜ਼ ਕਰਨਾ ਹੁੰਦਾ ਹੈ। ਮਨੀ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਈਜ਼ਿੰਗ ਅਪ ਆਰ ਸਟ੍ਰੈਸ। ਈਜ਼ਿੰਗ ਅਪ ਬਣੇਗਾ ਇੱਥੇ ਸੈਂਟੈਂਸ, in easing up our stress। ਸਾਡੇ ਸਟ੍ਰੈਸ ਨੂੰ ਘਟਾਉਣ ਦੇ ਵਿੱਚ ਮਨੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜਿਵੇਂ ਕਿ ਸਪੋਰਟਸ ਪਲੇ ਐਨ ਇੰਪੋਰਟੈਂਟ ਰੋਲ ਇਨ ਫਿਟਿੰਗ ਆਰ ਬੋਡੀ, ਰਾਈਟ। ਵਾਚਿੰਗ ਟੈਲੀਵਿਜ਼ਨ ਪਲੇਸ ਐਨ ਇੰਪੋਰਟੈਂਟ ਰੋਲ ਇਨ ਸਪੈਂਡਿੰਗ ਆਰ फ्री टाइम, राइट स्टूडेंट। सो ये सेंटेंस नू इस तरह दे नाल ही बनाना है, आपां गलत सेंटेंस नहीं बनावांगे, राइट। ये बहुत ज़्यादा निक्की जी गल्लां हुंदियां ने, बट तुसीं ये कॉमनली मिस्टेक कर दिंदे हो। जे तुसीं अंडरस्टैंड करोगे, तुहाडे ग्रामर दे विच राइटिंग दे विच कदे भी सेंटेंस गलत नहीं होगा, ते तुहाडे बैंड स्कोर अपने आप ही बूस्ट होणगे। तुसीं कहंदे हो अक्सर ये कि मैम असीं सारा सही लिखिया, साडे सेंटेंस सारे सही है, असीं आ सेंटेंस लिखिया, आ सेंटेंस, बट एक छोटी जी प्रैपोजिशन भी तुसीं गलत यूज़ कर रहे हो, तो उनका बिल्कुल ही नैगेटिव इफैक्ट पेगा तुहाडे बैंड स्कोर के उपर। सो स्टूडेंट्स अज की क्लास दे दिते गए 10 कॉमन मिस्टेक्स जिहड़ियां ने, इन्हां तुसीं अवॉइड करने की कोशिश करनी है, राइट। जो भी सेंटेंस बनाओगे, कीप दीज 10 कॉमन मिस्टेक्स इन योर माइंड, एंड आफ्टर दैट you can make your sentences, right student। So till my next video, please stay tuned, stay safe at your home, till the time, bye bye, take care, thank you।